ਬੱਚਿਓ, ਹਰ ਰੋਜ਼ ਰਾਤ ਵੇਲੇ ਚੰਨ ਨੂੰ ਵੇਖੋ। ਜੇ ਸੰਭਵ ਹੋ ਸਕੇ ਤਾਂ ਇੱਕ ਪੂਰਨਮਾਸ਼ੀ ਤੋਂ ਦੂਜੀ ਪੂਰਨਮਾਸ਼ੀ ਤੱਕ ਆਪਣੀ ਨੋਟਬੁੱਕ ਵਿੱਚ ਹਰ ਰੋਜ਼ ਰਾਤ ਨੂੰ ਚੰਨ ਦੀ ਰੂਪ ਰੇਖਾ ਖਿੱਚੋ ਅਤੇ ਪੂਰਨਮਾਸ਼ੀ ਦੇ ਦਿਨ ਤੋਂ ਲੰਘੇ ਦਿਨਾਂ ਦੀ ਸੰਖਿਆ ਨੂੰ ਵੀ ਨੋਟ ਕਰੋ। ਹਰ ਰੋਜ਼ ਇਹ ਵੀ ਨੋਟ ਕਰੋ ਕਿ ਆਕਾਸ਼ ਵਿੱਚ ਕਿਸ ਭਾਗ ਵਿੱਚ, ਭਾਵ ਪੂਰਬ ਜਾਂ ਪੱਛਮ ਵਿੱਚ ਚੰਨ ਵਿਖਾਈ ਦਿੰਦਾ ਹੈ। ਬੱਚਿਓ, ਚੰਨ ਦੀਆਂ ਕਲਾਵਾਂ ਕੀ ਹੁੰਦੀਆਂ ਹਨ? ਕੀ ਚੰਨ ਦੀ ਸ਼ਕਲ ਵਿੱਚ ਹਰ ਰੋਜ਼ ਪਰਿਵਰਤਨ ਹੁੰਦਾ ਹੈ? ਹਾਂ, ਅਜਿਹੇ ਵੀ ਦਿਨ ਹਨ ਜਦੋਂ ਚੰਨ ਦੀ ਸ਼ਕਲ ਪੂਰੀ ਤਰ੍ਹਾਂ ਗੋਲ ਪ੍ਰਤੀਤ ਹੁੰਦੀ ਹੈ ਅਤੇ ਅਜਿਹੇ ਵੀ ਦਿਨ ਹਨ ਜਦੋਂ ਸਾਫ਼ ਆਕਾਸ਼ ਹੋਣ ਤੇ ਵੀ ਚੰਨ ਨੂੰ ਨਹੀਂ ਵੇਖ ਸਕਦੇ। ਉਸ ਦਿਨ ਜਦੋਂ ਚੰਨ ਦੀ ਪੂਰਨ ਟਿੱਕੀ ਵਿਖਾਈ ਦਿੰਦੀ ਹੈ, ਉਸ ਦਿਨ ਨੂੰ ਪੂਰਨਮਾਸ਼ੀ ਕਹਿੰਦੇ ਹਨ। ਹਰ ਰਾਤ ਨੂੰ ਚੰਨ ਦਾ ਚਮਕੀਲਾ ਭਾਗ ਘਟਦਾ ਜਾਂਦਾ ਹੈ। 15ਵੇਂ ਦਿਨ ਚੰਨ ਵਿਖਾਈ ਨਹੀਂ ਦਿੰਦਾ। ਇਸ ਦਿਨ ਨੂੰ ਅਸੀਂ ਮੱਸਿਆ ਕਹਿੰਦੇ ਹਾਂ। ਪਰ ਅਗਲੇ ਦਿਨ ਹੀ ਚੰਨ ਦਾ ਇੱਕ ਛੋਟਾ ਜਿਹਾ ਭਾਗ ਆਕਾਸ਼ ਵਿੱਚ ਦਿਖਾਈ ਦਿੰਦਾ ਹੈ। ਇਸ ਨੂੰ ਅਸੀਂ ਨਵਾਂ ਚੰਨ ਕਹਿੰਦੇ ਹਾਂ। ਇਸ ਤੋਂ ਬਾਅਦ ਫੇਰ ਚੰਨ ਵੱਡਾ ਹੁੰਦਾ ਜਾਂਦਾ ਹੈ। 15ਵੇਂ ਦਿਨ ਇੱਕ ਵਾਰ ਫੇਰ ਤੋਂ ਅਸੀਂ ਪੂਰਾ ਚੰਨ ਦਾ ਦ੍ਰਿਸ਼ ਦੇਖਦੇ ਹਾਂ। ਇਸ ਤਰ੍ਹਾਂ ਬੱਚਿਓ, ਪੂਰੇ ਮਹੀਨੇ ਤੱਕ ਵਿਖਾਈ ਦੇਣ ਵਾਲੇ ਚਮਕੀਲੇ ਭਾਗ ਦੀਆਂ ਵੱਖ-ਵੱਖ ਸ਼ਕਲਾਂ ਨੂੰ ਚੰਨ ਦੀਆਂ ਕਲਾਵਾਂ ਆਖਦੇ ਹਨ। ਇੱਕ ਪੂਰਨਮਾਸ਼ੀ ਤੋਂ ਦੂਜੀ ਪੂਰਨਮਾਸ਼ੀ ਤੱਕ ਦਾ ਸਮਾਂ 29 ਦਿਨਾਂ ਤੋਂ ਕੁਝ ਵੱਧ ਹੁੰਦਾ ਹੈ। ਬਹੁਤ ਸਾਰੇ ਕੈਲੰਡਰਾਂ ਵਿੱਚ ਇਸ ਸਮੇਂ ਨੂੰ ਇੱਕ ਮਹੀਨਾ ਕਹਿੰਦੇ ਹਨ। ਆਓ ਹੁਣ ਆਪਾਂ ਇਹ ਜਾਣਨ ਦੀ ਕੋਸ਼ਿਸ਼ ਕਰੀਏ ਕਿ ਚੰਨ ਦੀਆਂ ਕਲਾਵਾਂ ਕਿਉਂ ਵਿਖਾਈ ਦਿੰਦੀਆਂ ਹਨ। ਚੰਨ ਸੂਰਜ ਅਤੇ ਹੋਰ ਤਾਰਿਆਂ ਵਾਂਗ ਪ੍ਰਕਾਸ਼ ਪੈਦਾ ਨਹੀਂ ਕਰਦਾ। ਸਾਨੂੰ ਚੰਨ ਇਸ ਲਈ ਦਿਖਾਈ ਦਿੰਦਾ ਹੈ ਕਿਉਂਕਿ ਇਹ ਆਪਣੇ ਉੱਤੇ ਪੈਣ ਵਾਲੇ ਸੂਰਜ ਦੇ ਪ੍ਰਕਾਸ਼ ਨੂੰ ਸਾਡੇ ਵੱਲ ਪਰਿਵਰਤਿਤ ਕਰ ਦਿੰਦਾ ਹੈ। ਇਸ ਲਈ ਬੱਚਿਓ, ਅਸੀਂ ਚੰਨ ਦੇ ਉਸੇ ਭਾਗ ਨੂੰ ਵੇਖ ਪਾਉਂਦੇ ਹਾਂ ਜਿਸ ਭਾਗ ਤੋਂ ਸੂਰਜ ਦਾ ਪਰਿਵਰਤਿਤ ਪ੍ਰਕਾਸ਼ ਸਾਡੇ ਤੱਕ ਪਹੁੰਚਦਾ ਹੈ। ਚੰਨ ਧਰਤੀ ਦੀ ਪਰਿਕਰਮਾ ਕਰਦਾ ਹੈ ਅਤੇ ਧਰਤੀ ਚੰਨ ਸਹਿਤ ਸੂਰਜ ਦੀ ਪਰਿਕਰਮਾ ਕਰਦੀ ਹੈ। ਬੱਚਿਓ, ਜਦੋਂ ਪੁਲਾੜ ਯਾਤਰੀਆਂ ਨੇ ਚੰਨ ਉੱਤੇ ਪੈਰ ਰੱਖੇ ਤਾਂ ਉਹਨਾਂ ਨੇ ਚੰਨ ਦੀ ਸਤ੍ਹਾ ਨੂੰ ਧੂੜ ਭਰਿਆ ਅਤੇ ਬੰਜਰ ਪਾਇਆ। ਉਸ ਉੱਤੇ ਕਈ ਆਕਾਰਾਂ ਦੇ ਟੋਏ ਹਨ। ਉਸ ਉੱਤੇ ਖੜੀ ਢਾਲ ਵਾਲੇ ਉੱਚੇ ਪਹਾੜ ਵੀ ਹਨ। ਇਹਨਾਂ ਵਿੱਚੋਂ ਕੁਝ ਪਹਾੜ ਤਾਂ ਉਚਾਈ ਵਿੱਚ ਧਰਤੀ ਦੇ ਸਭ ਤੋਂ ਉੱਚੇ ਪਹਾੜਾਂ ਦੇ ਬਰਾਬਰ ਹਨ। 21 ਜੁਲਾਈ 1969 ਨੂੰ ਅਮਰੀਕਾ ਦੇ ਪੁਲਾੜ ਯਾਤਰੀ ਨੀਲ ਆਰਮਸਟਰਾਂਗ ਨੇ ਸਭ ਤੋਂ ਪਹਿਲਾਂ ਚੰਨ ਉੱਤੇ ਆਪਣੇ ਪੈਰ ਰੱਖੇ। ਉਸ ਤੋਂ ਬਾਅਦ ਐਡਵਿਨ ਐਲਡਰਿਨ ਚੰਨ ਉੱਤੇ ਉਤਰੇ।
ਤਾਰੇ ਆਪਣਾ ਪ੍ਰਕਾਸ਼ ਆਪ ਪੈਦਾ ਕਰਦੇ ਹਨ। ਸੂਰਜ ਵੀ ਇੱਕ ਤਾਰਾ ਹੈ, ਪਰ ਹੋਰ ਤਾਰਿਆਂ ਦੀ ਤੁਲਨਾ ਵਿੱਚ ਸੂਰਜ ਇੰਨਾ ਜ਼ਿਆਦਾ ਵੱਡਾ ਕਿਉਂ ਵਿਖਾਈ ਦਿੰਦਾ ਹੈ? ਕਿਉਂਕਿ ਤਾਰੇ ਸੂਰਜ ਦੀ ਤੁਲਨਾ ਵਿੱਚ ਲੱਖਾਂ ਗੁਣਾ ਜ਼ਿਆਦਾ ਦੂਰ ਹਨ। ਇਸੇ ਲਈ ਤਾਰੇ ਸਾਨੂੰ ਬਿੰਦੂ ਵਾਂਗ ਪ੍ਰਤੀਤ ਹੁੰਦੇ ਹਨ। ਸੂਰਜ ਧਰਤੀ ਤੋਂ 15 ਕਰੋੜ ਕਿਲੋਮੀਟਰ ਦੂਰ ਹੈ। ਸੂਰਜ ਦਾ ਤੋਂ ਬਾਅਦ ਦੂਸਰਾ ਨੇੜਲਾ ਤਾਰਾ ਐਲਫਾ ਸੈਂਚੁਰੀ ਹੈ। ਕੁਝ ਤਾਰੇ ਤਾਂ ਇਸ ਤੋਂ ਵੀ ਬਹੁਤ ਦੂਰ ਹਨ। ਇੰਨੀਆਂ ਜ਼ਿਆਦਾ ਦੂਰੀਆਂ ਨੂੰ ਲੰਬਾਈ ਦੇ ਇੱਕ ਹੋਰ ਮਾਤਰਕ ਪ੍ਰਕਾਸ਼ ਸਾਲ, ਜਿਸ ਨੂੰ ਲਾਈਟ ਈਅਰ ਵਿੱਚ ਵੀ ਦਰਸਾਉਂਦੇ ਹਾਂ। ਇਹ ਪ੍ਰਕਾਸ਼ ਦੁਆਰਾ ਇੱਕ ਸਾਲ ਵਿੱਚ ਤੈਅ ਕੀਤੀ ਗਈ ਦੂਰੀ ਦੇ ਬਰਾਬਰ ਹੈ। ਪਛਾਣੀਆਂ ਜਾਂਦੀਆਂ ਸ਼ਕਲਾਂ ਵਾਲੇ ਤਾਰਿਆਂ ਦੇ ਸਮੂਹ ਨੂੰ ਤਾਰਾ ਮੰਡਲ ਕਹਿੰਦੇ ਹਨ। ਬੱਚਿਓ, ਪੁਰਾਣੇ ਸਮੇਂ ਵਿੱਚ ਮਨੁੱਖਾਂ ਨੇ ਤਾਰਿਆਂ ਨੂੰ ਪਛਾਣਨ ਲਈ ਤਾਰਾ ਮੰਡਲਾਂ ਦੀ ਵਿਉਂਤ ਬਣਾਈ ਸੀ। ਤਾਰਾ ਮੰਡਲਾਂ ਦੀਆਂ ਸ਼ਕਲਾਂ ਉਹਨਾਂ ਵਿਅਕਤੀਆਂ ਦੀਆਂ ਜਾਣੀਆਂ ਵਸਤਾਂ ਨਾਲ ਮੇਲ ਖਾਂਦੀਆਂ ਸਨ। ਸਭ ਤੋਂ ਪ੍ਰਸਿੱਧ ਤਾਰਾ ਮੰਡਲਾਂ ਵਿੱਚੋਂ ਇੱਕ ਪ੍ਰਸਿੱਧ ਤਾਰਾ ਮੰਡਲ ਅਰਸਾ ਮੇਜਰ ਹੈ। ਉਰੀਆਨ ਇੱਕ ਹੋਰ ਪ੍ਰਮੁੱਖ ਤਾਰਾ ਮੰਡਲ ਹੈ, ਜਿਸ ਨੂੰ ਅਸੀਂ ਸਰਦੀਆਂ ਵਿੱਚ ਅੱਧੀ ਰਾਤ ਨੂੰ ਵੇਖ ਸਕਦੇ ਹਾਂ। ਇਹ ਆਕਾਸ਼ ਵਿੱਚ ਸਭ ਤੋਂ ਵੱਧ ਸ਼ਾਨਦਾਰ ਤਾਰਾ ਮੰਡਲਾਂ ਵਿੱਚ ਗਿਣਿਆ ਜਾਂਦਾ ਹੈ। ਇਸ ਵਿੱਚ ਵੀ 7 ਜਾਂ 8 ਚਮਕੀਲੇ ਤਾਰੇ ਹੁੰਦੇ ਹਨ। ਉਰੀਆਨ ਨੂੰ ਸ਼ਿਕਾਰੀ ਵੀ ਕਿਹਾ ਜਾਂਦਾ ਹੈ। ਇਸ ਦੇ 3 ਮੱਧ ਦੇ ਤਾਰੇ ਸ਼ਿਕਾਰੀ ਦੀ ਬੈਲਟ ਨੂੰ ਨਿਰੂਪਿਤ ਕਰਦੇ ਹਨ। ਆਕਾਸ਼ ਵਿੱਚ ਸਭ ਤੋਂ ਵੱਧ ਚਮਕੀਲਾ ਤਾਰਾ ਸੀਰੀਅਸ ਉਰੀਆਨ ਦੇ ਨੇੜੇ ਵਿਖਾਈ ਦਿੰਦਾ ਹੈ। ਉੱਤਰੀ ਆਕਾਸ਼ ਵਿੱਚ ਇੱਕ ਹੋਰ ਪ੍ਰਮੁੱਖ ਤਾਰਾ ਮੰਡਲ ਕੈਸੀਓਪੀਆ ਹੈ। ਕੈਸੀਓਪੀਆ ਸਰਦੀਆਂ ਵਿੱਚ ਰਾਤ ਦੇ ਪਹਿਲੇ ਪਹਿਰ ਵਿੱਚ ਵਿਖਾਈ ਦਿੰਦਾ ਹੈ। ਇਹ ਅੰਗਰੇਜ਼ੀ ਦੇ ਅੱਖਰ W ਜਾਂ M ਦੇ ਵਿਗੜੇ ਰੂਪ ਵਰਗਾ ਵਿਖਾਈ ਦਿੰਦਾ ਹੈ। ਬੱਚਿਓ, ਕੀ ਤੁਸੀਂ ਜਾਣਦੇ ਹੋ? ਕਿਸੇ ਤਾਰਾ ਮੰਡਲ ਵਿੱਚ ਸਿਰਫ 5 ਜਾਂ 10 ਤਾਰੇ ਹੀ ਨਹੀਂ ਹੁੰਦੇ। ਇਸ ਵਿੱਚ ਬਹੁਤ ਸਾਰੇ ਤਾਰੇ ਵੀ ਹੋ ਸਕਦੇ ਹਨ। ਸੂਰਜੀ ਪਰਿਵਾਰ। ਸੂਰਜ ਅਤੇ ਇਹਦੀ ਪਰਿਕਰਮਾ ਕਰਨ ਵਾਲੇ ਖਗੋਲੀ ਪਿੰਡਾਂ ਨਾਲ ਮਿਲ ਕੇ ਸੂਰਜ ਪਰਿਵਾਰ ਬਣਿਆ ਹੈ। ਇਸ ਪਰਿਵਾਰ ਵਿੱਚ ਬਹੁਤ ਸਾਰੇ ਪਿੰਡ ਹਨ, ਜਿਵੇਂ ਗ੍ਰਹਿ, ਧੂਮਕੇਤੂ, ਉਪਗ੍ਰਹਿ ਅਤੇ ਉਲਕਾਵਾਂ। ਸੂਰਜ ਅਤੇ ਇਹਨਾਂ ਪਿੰਡਾਂ ਵਿੱਚ ਗੁਰੂਤਾ ਆਕਰਸ਼ਣ ਬਲ ਕਾਰਨ ਇਹ ਪਿੰਡ ਸੂਰਜ ਦੀ ਪਰਿਕਰਮਾ ਕਰਦੇ ਰਹਿੰਦੇ ਹਨ। ਇਸ ਤੋਂ ਇਲਾਵਾ 7 ਹੋਰ ਗ੍ਰਹਿ ਹਨ ਜੋ ਸੂਰਜ ਦੀ ਪਰਿਕਰਮਾ ਕਰਦੇ ਹਨ।
ਸੂਰਜ ਤੋਂ ਦੂਰੀ ਦੇ ਅਨੁਸਾਰ ਇਹਨਾਂ ਦੇ ਕ੍ਰਮ ਇਸ ਤਰ੍ਹਾਂ ਹਨ: ਬੁੱਧ, ਸ਼ੁੱਕਰ, ਧਰਤੀ, ਮੰਗਲ, ਬ੍ਰਹਿਸਪਤੀ, ਸ਼ਨੀ, ਯੂਰੇਨਸ ਅਤੇ ਨੈਪਚੂਨ। ਆਓ ਬੱਚਿਓ, ਅਸੀਂ ਇਹਨਾਂ ਗ੍ਰਹਿਆਂ ਬਾਰੇ ਇੱਕ ਕਰਕੇ ਜਾਣੀਏ। ਸਭ ਤੋਂ ਪਹਿਲਾਂ ਗ੍ਰਹਿ ਬੁੱਧ, ਜਿਸ ਨੂੰ ਮਰਕਰੀ ਵੀ ਕਿਹਾ ਜਾਂਦਾ ਹੈ। ਬੁੱਧ ਗ੍ਰਹਿ ਸੂਰਜ ਦਾ ਸਭ ਤੋਂ ਨੇੜਲਾ ਗ੍ਰਹਿ ਹੈ। ਇਹ ਸਾਡੇ ਸੂਰਜੀ ਪਰਿਵਾਰ ਦਾ ਸਭ ਤੋਂ ਛੋਟਾ ਗ੍ਰਹਿ ਵੀ ਹੈ, ਕਿਉਂਕਿ ਬੁੱਧ ਸੂਰਜ ਦੇ ਬਹੁਤ ਨੇੜੇ ਹੈ। ਇਸ ਲਈ ਵਧੇਰੇ ਸਮੇਂ ਤੱਕ ਸੂਰਜ ਦੇ ਚੁੰਧਿਆਉਣ ਵਾਲੇ ਪ੍ਰਕਾਸ਼ ਵਿੱਚ ਛਿਪੇ ਰਹਿਣ ਕਾਰਨ ਇਸ ਦਾ ਪ੍ਰੇਖਣ ਕਰਨਾ ਬਹੁਤ ਮੁਸ਼ਕਿਲ ਹੈ। ਫਿਰ ਵੀ ਸੂਰਜ ਦੇ ਉੱਗਣ ਤੋਂ ਤੁਰੰਤ ਪਹਿਲਾਂ ਜਾਂ ਸੂਰਜ ਦੇ ਛਿਪਣ ਤੋਂ ਤੁਰੰਤ ਬਾਅਦ ਇਸ ਨੂੰ ਦੁਮੇਲ ਤੇ ਵੇਖਿਆ ਜਾ ਸਕਦਾ ਹੈ। ਇਸ ਲਈ ਇਹ ਉੱਥੇ ਵਿਖਾਈ ਦਿੰਦਾ ਹੈ ਜਿੱਥੇ ਰੁੱਖਾਂ ਜਾਂ ਇਮਾਰਤਾਂ ਦੁਆਰਾ ਦੁਮੇਲ ਨੂੰ ਵੇਖਣ ਵਿੱਚ ਕੋਈ ਰੁਕਾਵਟ ਨਹੀਂ ਹੁੰਦੀ। ਬੱਚਿਓ, ਬੁੱਧ ਦਾ ਆਪਣਾ ਕੋਈ ਉਪਗ੍ਰਹਿ ਨਹੀਂ ਹੈ। ਸ਼ੁੱਕਰ, ਜਿਸ ਨੂੰ ਵੀਨਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਗ੍ਰਹਿਆਂ ਵਿੱਚ ਸ਼ੁੱਕਰ ਧਰਤੀ ਦਾ ਸਭ ਤੋਂ ਨੇੜਲਾ ਗੁਆਂਢੀ ਗ੍ਰਹਿ ਹੈ। ਰਾਤ ਦੇ ਆਕਾਸ਼ ਵਿੱਚ ਸਭ ਤੋਂ ਵੱਧ ਚਮਕੀਲਾ ਗ੍ਰਹਿ ਸ਼ੁੱਕਰ ਹੈ। ਕਦੇ-ਕਦੇ ਸ਼ੁੱਕਰ ਪੂਰਬੀ ਆਕਾਸ਼ ਵਿੱਚ ਸੂਰਜ ਉੱਗਣ ਤੋਂ ਪਹਿਲਾਂ ਵੀ ਵਿਖਾਈ ਦਿੰਦਾ ਹੈ। ਕਦੇ-ਕਦੇ ਸੂਰਜ ਡੁੱਬਣ ਦੇ ਤੁਰੰਤ ਬਾਅਦ ਇਹ ਪੱਛਮੀ ਆਕਾਸ਼ ਵਿੱਚ ਦਿਖਾਈ ਦਿੰਦਾ ਹੈ। ਇਸ ਲਈ ਇਸ ਨੂੰ ਅਕਸਰ ਪ੍ਰਭਾਤ ਤਾਰਾ ਜਾਂ ਸੰਧਿਆ ਤਾਰਾ ਵੀ ਕਹਿੰਦੇ ਹਾਂ, ਭਾਵੇਂ ਇਹ ਤਾਰਾ ਨਹੀਂ ਹੈ। ਸ਼ੁੱਕਰ ਦਾ ਆਪਣਾ ਕੋਈ ਉਪਗ੍ਰਹਿ ਨਹੀਂ ਹੈ। ਇਸ ਦੀ ਆਪਣੇ ਧੁਰੇ ਦੁਆਲੇ ਘੁੰਮਣ ਗਤੀ ਕੁਝ ਅਸਧਾਰਨ ਹੈ। ਇਹ ਪੂਰਬ ਤੋਂ ਪੱਛਮ ਵੱਲ ਘੁੰਮਦਾ ਹੈ, ਜਦੋਂ ਕਿ ਧਰਤੀ ਪੱਛਮ ਤੋਂ ਪੂਰਬ ਵੱਲ ਗਤੀ ਕਰਦੀ ਹੈ। ਧਰਤੀ, ਅਰਥ। ਧਰਤੀ ਹੀ ਸੂਰਜੀ ਪਰਿਵਾਰ ਦਾ ਇੱਕ ਅਜਿਹਾ ਗ੍ਰਹਿ ਹੈ ਜਿਸ ਉੱਤੇ ਜੀਵਨ ਦੀ ਹੋਂਦ ਹੈ। ਧਰਤੀ ਉੱਤੇ ਜੀਵਨ ਦੀ ਮੌਜੂਦਗੀ ਹੋਣਾ ਅਤੇ ਉਸ ਦੀ ਨਿਰੰਤਰਤਾ ਬਣਾ ਕੇ ਰੱਖਣ ਲਈ ਕੁਝ ਵਿਸ਼ੇਸ਼ ਵਾਤਾਵਰਣ ਦੀਆਂ ਅਵਸਥਾਵਾਂ ਜ਼ਿੰਮੇਵਾਰ ਹਨ। ਇਸ ਵਿੱਚ ਧਰਤੀ ਦੀ ਸੂਰਜ ਤੋਂ ਠੀਕ ਦੂਰੀ ਹੋਣਾ ਵੀ ਸ਼ਾਮਲ ਹੈ, ਤਾਂ ਕਿ ਧਰਤੀ ਉੱਤੇ ਸਹੀ ਤਾਪਮਾਨ ਰੇਂਜ, ਪਾਣੀ ਦੀ ਮੌਜੂਦਗੀ, ਢੁਕਵਾਂ ਵਾਯੂਮੰਡਲ ਅਤੇ ਓਜ਼ੋਨ ਦਾ ਗਿਲਾਫ ਬਣਿਆ ਰਹਿ ਸਕੇ। ਪੁਲਾੜ ਤੋਂ ਵੇਖਣ ਤੇ ਧਰਤੀ ਦੀ ਸਤ੍ਹਾ ਤੇ ਪਾਣੀ ਅਤੇ ਧਰਤੀ ਤੋਂ ਪ੍ਰਕਾਸ਼ ਦੇ ਪਰਿਵਰਤਿਤ ਹੋਣ ਦੇ ਕਾਰਨ ਉਹ ਨੀਲੀ ਹਰੀ ਪ੍ਰਤੀਤ ਹੁੰਦੀ ਹੈ। ਇਸ ਦਾ ਆਪਣੇ ਧੁਰੇ ਤੇ ਝੁਕਾਅ ਧਰਤੀ ਉੱਤੇ ਰੁੱਤਾਂ ਦੇ ਪਰਿਵਰਤਨ ਲਈ ਜ਼ਿੰਮੇਵਾਰ ਹੈ। ਧਰਤੀ ਦਾ ਸਿਰਫ ਇੱਕ ਹੀ ਉਪਗ੍ਰਹਿ ਹੈ, ਜਿਸ ਨੂੰ ਅਸੀਂ ਚੰਨ ਕਹਿੰਦੇ ਹਾਂ। ਮੰਗਲ, ਮਾਰਸ। ਅਗਲਾ ਗ੍ਰਹਿ ਜੋ ਧਰਤੀ ਦੇ ਗ੍ਰਹਿ ਪਥ ਦੇ ਬਾਹਰ ਦਾ
ਪਹਿਲਾ ਗ੍ਰਹਿ ਹੈ ਉਹ ਮੰਗਲ ਹੈ। ਇਹ ਹਲਕਾ ਲਾਲ ਪ੍ਰਤੀਤ ਹੁੰਦਾ ਹੈ, ਇਸ ਲਈ ਇਸ ਨੂੰ ਲਾਲ ਗ੍ਰਹਿ ਵੀ ਕਹਿੰਦੇ ਹਾਂ। ਮੰਗਲ ਦੇ ਦੋ ਛੋਟੇ ਕੁਦਰਤੀ ਉਪਗ੍ਰਹਿ ਹਨ, ਬ੍ਰਹਿਸਪਤੀ, ਜੁਪੀਟਰ। ਬ੍ਰਹਿਸਪਤੀ ਸੂਰਜੀ ਪਰਿਵਾਰ ਦਾ ਸਭ ਤੋਂ ਵੱਡਾ ਗ੍ਰਹਿ ਹੈ। ਇਹ ਗ੍ਰਹਿ ਬੱਚਿਓ ਇੰਨਾ ਵੱਡਾ ਹੈ ਕਿ 1300 ਧਰਤੀਆਂ ਇਸ ਵਿਸ਼ਾਲ ਗ੍ਰਹਿ ਵਿੱਚ ਰੱਖੀਆਂ ਜਾ ਸਕਦੀਆਂ ਹਨ। ਪਰੰਤੂ ਬ੍ਰਹਿਸਪਤੀ ਦਾ ਪੁੰਜ ਧਰਤੀ ਦੇ ਪੁੰਜ ਦਾ ਲਗਭਗ 318 ਗੁਣਾ ਹੈ। ਇਹ ਆਪਣੇ ਧੁਰੇ ਦੁਆਲੇ ਬੜੀ ਤੇਜ਼ ਗਤੀ ਨਾਲ ਘੁੰਮਦਾ ਹੈ। ਸ਼ਨੀ, ਸੈਟਰਨ। ਬ੍ਰਹਿਸਪਤੀ ਤੋਂ ਪਰੇ ਸ਼ਨੀ ਹੈ, ਜੋ ਰੰਗ ਵਿੱਚ ਪੀਲਾ ਜਿਹਾ ਪ੍ਰਤੀਤ ਹੁੰਦਾ ਹੈ। ਇਸ ਗ੍ਰਹਿ ਦੇ ਖੂਬਸੂਰਤ ਚੱਕਰ ਇਸ ਨੂੰ ਸੂਰਜੀ ਪਰਿਵਾਰ ਵਿੱਚ ਵਿਲੱਖਣ ਪਿੰਡ ਬਣਾਉਂਦੇ ਹਨ। ਇਹ ਚੱਕਰ ਨੰਗੀ ਅੱਖ ਨਾਲ ਵਿਖਾਈ ਨਹੀਂ ਦਿੰਦੇ। ਤੁਸੀਂ ਛੋਟੀ ਦੂਰਬੀਨ ਨਾਲ ਇਹਨਾਂ ਨੂੰ ਵੇਖ ਸਕਦੇ ਹੋ। ਸ਼ਨੀ ਦੇ ਵੀ ਬਹੁਤ ਸਾਰੇ ਕੁਦਰਤੀ ਉਪਗ੍ਰਹਿ ਹਨ। ਸ਼ਨੀ ਬਾਰੇ ਇੱਕ ਦਿਲਚਸਪ ਗੱਲ ਇਹ ਹੈ ਕਿ ਸਾਰੇ ਗ੍ਰਹਿਾਂ ਵਿੱਚ ਇਹ ਸਭ ਤੋਂ ਘੱਟ ਸੰਘਣਾ ਹੈ। ਇਸ ਦੀ ਘਣਤਾ ਪਾਣੀ ਦੀ ਘਣਤਾ ਤੋਂ ਵੀ ਘੱਟ ਹੈ। ਯੂਰੇਨਸ ਅਤੇ ਨੈਪਚੂਨ। ਇਹ ਸੂਰਜ ਦੇ ਸਭ ਤੋਂ ਬਾਹਰ ਦੇ ਗ੍ਰਹਿ ਹਨ। ਇਹਨਾਂ ਨੂੰ ਸਿਰਫ ਵੱਡੀਆਂ ਦੂਰਬੀਨਾਂ ਨਾਲ ਹੀ ਵੇਖਿਆ ਜਾ ਸਕਦਾ ਹੈ। ਸ਼ੁੱਕਰ ਦੇ ਵਾਂਗ ਯੂਰੇਨਸ ਵੀ ਪੂਰਬ ਤੋਂ ਪੱਛਮ ਦਿਸ਼ਾ ਵਿੱਚ ਘੁੰਮਦਾ ਹੈ। ਇਸ ਦੀ ਵਿਲੱਖਣ ਵਿਸ਼ੇਸ਼ਤਾ ਇਸ ਦਾ ਇੱਕ ਪਾਸੇ ਝੁਕਿਆ ਘੁੰਮਣ ਵਾਲਾ ਧੁਰਾ ਹੈ। ਸੂਰਜੀ ਪਰਿਵਾਰ ਦੇ ਪਹਿਲੇ 4 ਗ੍ਰਹਿ ਬੁੱਧ, ਸ਼ੁੱਕਰ, ਧਰਤੀ ਅਤੇ ਮੰਗਲ ਬਾਕੀ ਦੇ ਗ੍ਰਹਿਾਂ ਦੀ ਤੁਲਨਾ ਵਿੱਚ ਸੂਰਜ ਦੇ ਬਹੁਤ ਨੇੜੇ ਹਨ। ਇਸੇ ਲਈ ਇਹਨਾਂ ਨੂੰ ਅੰਦਰਲੇ ਗ੍ਰਹਿ ਕਿਹਾ ਜਾਂਦਾ ਹੈ। ਉਹ ਗ੍ਰਹਿ ਜੋ ਮੰਗਲ ਦੇ ਗ੍ਰਹਿ ਪਥ ਤੋਂ ਬਾਹਰ ਹਨ, ਜਿਵੇਂ ਬ੍ਰਹਿਸਪਤੀ, ਸ਼ਨੀ, ਯੂਰੇਨਸ ਅਤੇ ਨੈਪਚੂਨ, ਅੰਦਰਲੇ ਗ੍ਰਹਿਾਂ ਦੀ ਤੁਲਨਾ ਵਿੱਚ ਵਧੇਰੇ ਦੂਰ ਹਨ। ਇਸੇ ਲਈ ਇਹਨਾਂ ਨੂੰ ਬਾਹਰੀ ਗ੍ਰਹਿ ਕਿਹਾ ਜਾਂਦਾ ਹੈ। ਗ੍ਰਹਿਾਂ ਤੋਂ ਇਲਾਵਾ ਸੂਰਜ ਦੀ ਪਰਿਕਰਮਾ ਕਰਨ ਵਾਲੇ ਕੁਝ ਹੋਰ ਪਿੰਡ ਵੀ ਹਨ। ਇਹ ਵੀ ਸੂਰਜੀ ਪਰਿਵਾਰ ਦੇ ਮੈਂਬਰ ਹਨ। ਬੱਚਿਓ, ਆਓ ਇਹਨਾਂ ਵਿੱਚੋਂ ਕੁਝ ਬਾਰੇ ਜਾਣਕਾਰੀ ਪ੍ਰਾਪਤ ਕਰੀਏ। ਉਪਗ੍ਰਹਿ, ਸੈਟੇਲਾਈਟ। ਮੰਗਲ ਅਤੇ ਬ੍ਰਹਿਸਪਤੀ ਦੇ ਗ੍ਰਹਿ ਪੱਥਾਂ ਦੇ ਵਿੱਚ ਕਾਫੀ ਫਾਸਲਾ ਹੁੰਦਾ ਹੈ। ਇਸ ਫਾਸਲੇ ਨੂੰ ਬਹੁਤ ਸਾਰੇ ਅਜਿਹੇ ਛੋਟੇ-ਛੋਟੇ ਪਿੰਡਾਂ ਨੇ ਘੇਰਿਆ ਹੋਇਆ ਹੈ ਜੋ ਸੂਰਜ ਦੀ ਪਰਿਕਰਮਾ ਕਰਦੇ ਹਨ। ਇਹਨਾਂ ਨੂੰ ਉਪਗ੍ਰਹਿ ਜਾਂ ਸੈਟੇਲਾਈਟ ਕਹਿੰਦੇ ਹਨ। ਉਪਗ੍ਰਹਿਾਂ ਨੂੰ ਸਿਰਫ ਵੱਡੀਆਂ ਦੂਰਬੀਨਾਂ ਨਾਲ ਹੀ ਵੇਖਿਆ ਜਾ ਸਕਦਾ ਹੈ। ਧੂਮਕੇਤੂ, ਕੋਮੇਟਸ। ਧੂਮਕੇਤੂ ਵੀ ਸਾਡੇ ਸੂਰਜੀ ਪਰਿਵਾਰ ਦੇ ਮੈਂਬਰ ਹਨ। ਇਹ ਅੰਡਾਕਾਰ ਪਥਾਂ ਵਿੱਚ ਸੂਰਜ ਦੀ ਪਰਿਕਰਮਾ ਕਰਦੇ ਹਨ।
ਪਰੰਤੂ ਇਹਨਾਂ ਦਾ ਸੂਰਜ ਦੁਆਲੇ ਪਰਿਕਰਮਣ ਆਮ ਤੌਰ ਤੇ ਕਾਫੀ ਜ਼ਿਆਦਾ ਹੁੰਦਾ ਹੈ। ਧੂਮਕੇਤੂ ਚਮਕੀਲੇ ਸਿਰੇ ਅਤੇ ਲੰਬੀ ਪੂੰਛ ਵਾਲੇ ਹੁੰਦੇ ਹਨ। ਜਿਵੇਂ ਜਿਵੇਂ ਕੋਈ ਧੂਮਕੇਤੂ ਸੂਰਜ ਦੇ ਨੇੜੇ ਆਉਂਦਾ ਹੈ, ਇਸ ਦੀ ਪੂੰਛ ਦਾ ਆਕਾਰ ਵੱਧਦਾ ਜਾਂਦਾ ਹੈ। ਕਿਸੇ ਧੂਮਕੇਤੂ ਦੀ ਪੂੰਛ ਹਮੇਸ਼ਾ ਹੀ ਸੂਰਜ ਤੋਂ ਪਰੇ ਹੁੰਦੀ ਹੈ। ਅਜਿਹੇ ਬਹੁਤ ਸਾਰੇ ਧੂਮਕੇਤੂ ਹਨ ਜੋ ਸਮੇਂ-ਸਮੇਂ ਦੇ ਨਿਸ਼ਚਿਤ ਕਾਲ ਅੰਤਰਾਲ ਤੇ ਦਿਖਾਈ ਦਿੰਦੇ ਹਨ। ਹੈਲੇ ਦਾ ਧੂਮਕੇਤੂ ਇੱਕ ਅਜਿਹਾ ਹੀ ਧੂਮਕੇਤੂ ਹੈ ਜੋ ਲਗਭਗ ਹਰ 76 ਸਾਲ ਦੇ ਅੰਤਰਾਲ ਬਾਅਦ ਦਿਖਾਈ ਦਿੰਦਾ ਹੈ। ਇਸ ਨੂੰ ਸੰਨ 1986 ਵਿੱਚ ਪਿਛਲੀ ਵਾਰ ਵੇਖਿਆ ਗਿਆ ਸੀ। ਬੱਚਿਓ, ਰਾਤ ਦੇ ਸਮੇਂ ਆਕਾਸ਼ ਸਾਫ਼ ਹੋਵੇ ਅਤੇ ਚੰਨ ਵੀ ਨਾ ਵਿਖਾਈ ਦੇ ਰਿਹਾ ਹੋਵੇ ਤਾਂ ਤੁਸੀਂ ਕਦੇ-ਕਦੇ ਆਕਾਸ਼ ਵਿੱਚ ਪ੍ਰਕਾਸ਼ ਦੀ ਇੱਕ ਚਮਕੀਲੀ ਧਾਰੀ ਦੇਖੀ ਹੋਣੀ ਹੈ। ਇਸ ਨੂੰ ਸ਼ੂਟਿੰਗ ਸਟਾਰ ਜਾਂ ਟੁੱਟਦਾ ਤਾਰਾ ਕਹਿੰਦੇ ਹਨ। ਭਾਵੇਂ ਇਹ ਤਾਰਾ ਨਹੀਂ ਹੁੰਦਾ, ਇਸ ਨੂੰ ਉਲਕਾ ਕਹਿੰਦੇ ਹਨ ਜਾਂ ਮਿਟਿਓਰ ਕਿਹਾ ਜਾਂਦਾ ਹੈ। ਉਲਕਾ ਅਕਸਰ ਛੋਟੇ ਪਿੰਡ ਹੁੰਦੇ ਹਨ ਜੋ ਕਦੇ-ਕਦੇ ਧਰਤੀ ਦੇ ਵਾਯੂਮੰਡਲ ਵਿੱਚ ਦਾਖਲ ਹੋ ਜਾਂਦੇ ਹਨ। ਉਸ ਸਮੇਂ ਇਹਨਾਂ ਦੀ ਬਹੁਤ ਜ਼ਿਆਦਾ ਗਤੀ ਹੁੰਦੀ ਹੈ ਅਤੇ ਵਾਯੂਮੰਡਲੀ ਰਗੜ ਦੇ ਕਾਰਨ ਇਹ ਗਰਮ ਹੋ ਕੇ ਬਲ ਪੈਂਦੇ ਹਨ ਅਤੇ ਸਾਨੂੰ ਚਮਕੀਲੇ ਪ੍ਰਤੀਤ ਹੁੰਦੇ ਹਨ। ਇਹੀ ਕਾਰਨ ਹੈ ਕਿ ਪ੍ਰਕਾਸ਼ ਦੀ ਚਮਕੀਲੀ ਧਾਰੀ ਬਹੁਤ ਹੀ ਥੋੜੇ ਸਮੇਂ ਲਈ ਦ੍ਰਿਸ਼ਟੀਗੋਚਰ ਹੁੰਦੀ ਹੈ। ਕੁਝ ਉਲਕਾਵਾਂ ਆਕਾਰ ਵਿੱਚ ਇੰਨੀਆਂ ਵੱਡੀਆਂ ਹੁੰਦੀਆਂ ਹਨ ਕਿ ਪੂਰੀ ਤਰ੍ਹਾਂ ਵਾਸ਼ਪਿਤ ਹੋਣ ਤੋਂ ਪਹਿਲਾਂ ਹੀ ਧਰਤੀ ਉੱਤੇ ਪਹੁੰਚ ਜਾਂਦੀਆਂ ਹਨ। ਉਹ ਪਿੰਡ ਜੋ ਧਰਤੀ ਉੱਤੇ ਪਹੁੰਚਦਾ ਹੈ, ਉਸ ਨੂੰ ਉਲਕਾ ਪਿੰਡ ਕਹਿੰਦੇ ਹਨ। ਉਲਕਾ ਪਿੰਡ ਵਿਗਿਆਨਕਾਂ ਨੂੰ ਉਸ ਪਦਾਰਥ ਦੇ ਸੁਭਾਅ ਦੀ ਖੋਜ ਕਰਨ ਵਿੱਚ ਸਹਾਇਤਾ ਕਰਦੇ ਹਨ ਜਿਸ ਤੋਂ ਸੂਰਜੀ ਪਰਿਵਾਰ ਬਣਿਆ ਹੈ। ਬੱਚਿਓ, ਬਹੁਤ ਸਾਰੇ ਬਨਾਵਟੀ ਉਪਗ੍ਰਹਿ ਹਨ ਜੋ ਧਰਤੀ ਦੀ ਪਰਿਕਰਮਾ ਕਰ ਰਹੇ ਹਨ। ਬਨਾਵਟੀ ਉਪਗ੍ਰਹਿ ਮਨੁੱਖ ਦੁਆਰਾ ਨਿਰਮਿਤ ਹੁੰਦੇ ਹਨ। ਇਹਨਾਂ ਨੂੰ ਧਰਤੀ ਤੋਂ ਛੱਡਿਆ ਜਾਂਦਾ ਹੈ। ਇਹ ਧਰਤੀ ਦੇ ਕੁਦਰਤੀ ਉਪਗ੍ਰਹਿ ਭਾਵ ਚੰਨ ਦੀ ਤੁਲਨਾ ਵਿੱਚ ਬਹੁਤ ਨੇੜੇ ਰਹਿ ਕੇ ਧਰਤੀ ਦੀ ਪਰਿਕਰਮਾ ਕਰਦੇ ਹਨ। ਭਾਰਤ ਨੇ ਕਈ ਉਪਗ੍ਰਹਿਾਂ ਦਾ ਨਿਰਮਾਣ ਕੀਤਾ ਅਤੇ ਫਿਰ ਧਰਤੀ ਤੋਂ ਛੱਡਿਆ। ਆਰਿਆਭੱਟ ਭਾਰਤ ਦਾ ਪਹਿਲਾ ਉਪਗ੍ਰਹਿ ਸੀ। ਕੁਝ ਹੋਰ ਭਾਰਤੀ ਉਪਗ੍ਰਹਿ ਇਨਸੈਟ, IRS, ਕਲਪਨਾ 1, ਐਜੂਸੈਟ ਆਦਿ ਹਨ। ਬਨਾਵਟੀ ਉਪਗ੍ਰਹਿਾਂ ਦੇ ਬਹੁਤ ਸਾਰੇ ਵਿਹਾਰਕ ਉਪਯੋਗ ਹਨ। ਇਹਨਾਂ ਦੇ ਉਪਯੋਗ ਮੌਸਮ ਦੀ ਭਵਿੱਖਬਾਣੀ, ਰੇਡੀਓ ਅਤੇ ਟੈਲੀਵਿਜ਼ਨ ਸੰਕੇਤਾਂ ਦੇ ਪਰੇਖਣ ਵਿੱਚ ਕੀਤਾ ਜਾਂਦਾ ਹੈ। ਇਹਨਾਂ ਦੀ ਵਰਤੋਂ ਦੂਰ ਸੰਚਾਰ ਅਤੇ ਰਿਮੋਟ ਸੈਂਸਿੰਗ ਦੇ ਲਈ ਵੀ ਕੀਤੀ ਜਾਂਦੀ ਹੈ।